Hello students, we are reading fifth chapter on giving advice. Today we are going to start the remaining part of the lesson. Let's start. If we try to examine ourselves, we shall find that the mind is pleased when it takes part in any action. ਜਦੋਂ ਅਸੀਂ ਆਪਣਾ ਆਪਣੇ ਆਪ ਦਾ ਨਿਰੀਖਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਅਸੀਂ ਕੀ ਫਾਈਂਡ ਕਰਾਂਗੇ, ਅਸੀਂ ਕੀ ਵੇਖਾਂਗੇ ਕਿ ਜੋ ਮਾਈਂਡ ਹੈ, ਜੋ ਦਿਮਾਗ ਹੈ, ਉਹ ਖੁਸ਼ ਹੁੰਦਾ ਹੈ ਜਦੋਂ ਇਹ ਕਿਸੇ ਐਕਸ਼ਨ ਦੇ ਵਿੱਚ ਹਿੱਸਾ ਲੈਂਦਾ ਹੈ। ਇਟ ਗਿਵਸ ਦੀ ਹਿਊਮਨ ਮਾਈਂਡ ਐਨ ਆਈਡੀਆ ਆਫ ਹਰ ਓਨ ਪਰਫੈਕਸ਼ਨਸ ਐਂਡ ਐਬਿਲਿਟੀਜ਼। ਤਾਂ ਇਸ ਨਾਲ ਆਦਮੀ ਦੇ ਮਨ ਨੂੰ ਇੱਕ ਵਿਚਾਰ ਮਿਲਦਾ ਹੈ ਆਪਣੀ ਪਰਫੈਕਸ਼ਨਸ ਦਾ, ਆਪਣੀ ਸੰਪੂਰਨਤਾਵਾਂ ਦਾ ਔਰ ਆਪਣੀਆਂ ਯੋਗਤਾਵਾਂ ਦਾ। ਦ ਨੈਚੁਰਲ ਪ੍ਰਾਈਡ ਐਂਡ ਐਂਬੀਸ਼ਨ ਆਫ ਦੀ ਸੋਲ, ਜੋ ਆਤਮਾ ਦਾ ਜੋ ਨੈਚੁਰਲ, ਜੋ ਕੁਦਰਤੀ ਜੋ ਮਾਨ ਹੈ, ਜੋ ਉਸ ਦੀ ਇੱਛਾ ਹੈ, ਆਤਮਾ ਦਾ ਜੋ ਪ੍ਰਾਈਡ ਹੈ, ਆਤਮਾ ਦੀ ਜੋ ਐਂਬੀਸ਼ਨ ਹੈ, ਇੱਛਾ ਹੈ, ਇਜ਼ ਵੈਰੀ ਸੈਟਿਸਫਾਈਡ। ਉਹ ਸੰਤੁਸ਼ਟ ਹੋ ਜਾਂਦੀ ਹੈ ਕਿਸ ਨੂੰ ਪੜ੍ਹ ਕੇ? ਇਨ ਦ ਰੀਡਿੰਗ ਆਫ ਅ ਫੈਬਲ, ਇੱਕ ਫੈਬਲ ਨੂੰ ਪੜ੍ਹ ਕੇ, ਕਿਸੇ ਸਾਖੀ ਨੂੰ ਪੜ੍ਹ ਕੇ, ਕਿਸੇ ਕਹਾਣੀ ਨੂੰ ਪੜ੍ਹ ਕੇ। ਇਨ ਦ ਰੀਡਿੰਗ ਆਫ ਅ ਫੈਬਲ, ਫੈਬਲ ਦੇ ਪੜ੍ਹਨ ਦੇ ਵਿੱਚ ਦ ਰੀਡਰ ਇਜ਼ ਇਨਵੋਲਵਡ ਇਨ ਹਾਫ ਆਫ ਦੀ ਪਰਫੋਰਮੈਂਸ। ਜੋ ਰੀਡਰ ਹੈ ਉਸ ਫੈਬਲ ਦੇ ਪੜ੍ਹਨ ਨਾਲ ਜੋ ਰੀਡਰ ਹੈ ਉਹ ਐਕਸ਼ਨ ਦੇ ਅੱਧੇ ਹਿੱਸੇ ਦਾ ਹਿੱਸੇਦਾਰ ਬਣ ਜਾਂਦਾ ਹੈ। ਦੀ ਰੀਡਰ ਇਜ਼ ਇਨਵੋਲਵਡ, ਜੋ ਰੀਡਰ ਉਹ ਇਨਵੋਲਵਡ ਹੋ ਜਾਂਦਾ ਹੈ ਇਨ ਹਾਫ ਆਫ ਦੀ ਪਰਫੋਰਮੈਂਸ, ਉਸ ਪਰਫੋਰਮੈਂਸ ਦੇ ਅੱਧੇ ਹਿੱਸੇ ਵਿੱਚ ਉਹ ਸਾਂਝੀਦਾਰ ਬਣ ਜਾਂਦਾ ਹੈ। ਐਵਰੀਥਿੰਗ ਅਪੀਅਰਸ ਟੂ ਹਿਮ ਲਾਈਕ ਅ ਡਿਸਕਵਰੀ ਆਫ ਹਿਜ਼ ਓਨ, ਔਰ ਇਸ ਤਰ੍ਹਾਂ ਲੱਗਦਾ ਹੈ ਉਸ ਨੂੰ ਕਿ ਉਸ ਦੀ ਆਪਣੀ ਖੋਜ ਹੈ, ਉਹ ਕਿਸੇ ਹੋਰ ਦੀ ਖੋਜ ਨਹੀਂ। ਜਦੋਂ ਬੁੱਕ ਪੜ੍ਹਦਾ ਹੈ, ਫੈਬਲ ਪੜ੍ਹਦਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਉਸ ਦੀ ਆਪਣੀ ਖੋਜ ਹੈ। ਹੀ ਇਜ਼ ਬਿਜ਼ੀ ਆਲ ਦੀ ਵਾਈਲ ਇਨ ਅਪਲਾਈਂਗ ਕਰੈਕਟਰਸ ਐਂਡ ਸਰਕਮਸਟਾਂਸਸ, ਔਰ ਉਹ ਪੂਰਾ ਸਮਾਂ ਕਰੈਕਟਰਸ ਔਰ ਹਾਲਾਤਾਂ ਨੂੰ ਲਾਗੂ ਕਰਨ ਵਿੱਚ ਰੁੱਝ ਜਾਂਦਾ ਹੈ। ਹੀ ਇਜ਼ ਬਿਜ਼ੀ ਆਲ ਦੀ ਵਾਈਲ ਇਨ ਅਪਲਾਈਂਗ ਕਰੈਕਟਰਸ ਐਂਡ ਸਰਕਮਸਟਾਂਸਸ, ਔਰ ਉਹ ਫਿਰ ਪੂਰੀ ਤਰ੍ਹਾਂ ਰੁੱਝ ਜਾਂਦਾ ਹੈ। ਉਹ ਆਪਣਾ ਪੂਰਾ ਸਮਾਂ ਕਰੈਕਟਰਸ ਔਰ ਹਾਲਾਤਾਂ ਨੂੰ ਅਪਲਾਈ ਕਰਨ ਦੇ ਵਿੱਚ, ਲਾਗੂ ਕਰਨ ਵਿੱਚ ਬਿਜ਼ੀ ਹੋ ਜਾਂਦਾ ਹੈ। ਇਨ ਓਲਡਨ ਡੇਜ਼ ਵਾਈਜ਼ ਮੈਨ ਗਿਵ ਐਡਵਾਈਸ ਟੂ ਦੇਅਰ ਕਿੰਗਸ ਥਰੂ ਫੈਬਲਸ, ਪੁਰਾਣੇ ਦਿਨਾਂ ਵਿੱਚ ਜੋ ਬੁੱਧੀਮਾਨ ਲੋਕ ਹੁੰਦੇ ਸਨ, ਜੋ ਸਿਆਣੇ ਲੋਕ ਹੁੰਦੇ ਸਨ, ਉਹ ਸਲਾਹ ਦਿੰਦੇ ਸਨ ਆਪਣੇ ਰਾਜਿਆਂ ਨੂੰ ਕਿਸ ਦੇ ਥਰੂ? ਫੈਬਲਸ ਦੇ ਥਰੂ, ਕਹਾਣੀ ਸੁਣਾ ਕੇ, ਸਾਖੀ ਦੇ ਥਰੂ। ਬਿਰਬਲ ਯੂਜ਼ ਟੂ ਐਡਵਾਈਸ ਅਕਬਰ, ਔਰ ਬਿਰਬਲ ਜੋ ਸੀ ਉਹ ਐਡਵਾਈਸ ਦਿਆ ਕਰਦਾ ਸੀ ਅਕਬਰ ਨੂੰ ਕਿਸ ਦੇ ਥਰੂ? ਫੈਬਲਸ ਦੇ ਥਰੂ। ਔਰ ਦੇਅਰ ਇਜ਼ ਵਨ ਗੁੱਡ ਐਗਜ਼ਾਮਪਲ ਆਫ ਦਿਸ ਨੇਚਰ ਇਨ ਅ ਤੁਰਕਿਸ਼ ਟੇਲ, ਔਰ ਇੱਕ ਉਦਾਹਰਨ ਵੀ ਮਿਲਦਾ ਹੈ, ਇੱਕ ਬਹੁਤ ਚੰਗਾ ਉਦਾਹਰਨ ਹੈ ਕਿਸ ਦੇ ਵਿੱਚ? ਤੁਰਕੀ ਦੀ ਕਹਾਣੀ ਵਿੱਚ ਵੀ ਇਸ ਦਾ ਇੱਕ ਚੰਗਾ ਉਦਾਹਰਨ ਹੈ। ਦ ਸੁਲਤਾਨ ਮਹਿਮੂਦ ਆਫ ਟਰਕੀ ਹੈਡ fought many wars with other kings। ਤੁਰਕੀ ਦਾ ਸੁਲਤਾਨ ਜਿਸ ਦਾ ਨਾਮ ਮਹਿਮੂਦ ਸੀ, ਸੁਲਤਾਨ ਮਹਿਮੂਦ, ਉਸਨੇ ਬਹੁਤ ਸਾਰੀ ਲੜਾਈਆਂ ਲੜੀਆਂ ਬਹੁਤ ਸਾਰੇ ਰਾਜਿਆਂ ਦੇ ਨਾਲ। ਹੀ ਵਾਜ਼ ਵੈਰੀ ਕਰੂਲ ਐਟ ਹੋਮ, ਉਹ ਆਪਣੇ ਦੇਸ਼ ਵਿੱਚ ਬਹੁਤ ਕਰੂਲ ਸੀ, ਜ਼ਾਲਮ ਸੀ। ਹੀ ਫਿਲਡ ਹਿਜ਼ ਕਿੰਗਡਮ ਵਿਦ ਰਿਊਨ ਔਰ ਡੈਸੋਲੇਸ਼ਨ, ਔਰ ਉਸਨੇ ਆਪਣੇ ਰਾਜ ਨੂੰ ਤਬਾਹੀ ਨਾਲ ਭਰ ਦਿੱਤਾ। ਉਸਨੇ ਆਪਣੇ ਰਾਜ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਈ, ਰੂਇਨ ਐਂਡ ਡੈਸੋਲੇਸ਼ਨ, ਤਬਾਹੀ ਮਚਾ ਦੇਣਾ। ਔਰ ਹਾਫ ਆਫ ਦੀ ਪਰਸੇਨ ਪਾਪੂਲੇਸ਼ਨ ਵਾਜ਼ ਡਿਸਟਰੋਇਡ, ਔਰ ਈਰਾਨ ਦੀ ਅੱਧੀ ਜੋ ਆਬਾਦੀ ਸੀ ਉਹ ਤਬਾਹ ਹੋ ਗਈ ਸੀ। ਉਸ ਦੇ ਅਤਿਆਚਾਰ ਦੇ ਨਾਲ ਜੋ ਪਰਸੇਨ, ਜੋ ਈਰਾਨ ਦੀ ਆਬਾਦੀ ਸੀ, ਅੱਧੀ ਆਬਾਦੀ ਸੀ, ਉਹ ਪੂਰੀ ਤਰ੍ਹਾਂ ਡਿਸਟਰੋਏ ਹੋ ਗਈ, ਤਬਾਹ ਹੋ ਗਈ। ਦ ਵਜ਼ੀਰ ਆਫ ਦ ਗ੍ਰੇਟ ਸੁਲਤਾਨ ਹੈਡ ਪ੍ਰੀਟੈਂਡਡ to have learned to understand the language of birds, और उस महान सुल्तान का जो वजीर सी उसने प्रिटेंडेड दिखावा किया या बहाना किया सी कि उसनू टू हैव लर्नड टू अंडरस्टैंड द लैंग्वेज ऑफ बर्ड्स, कि पंछियां की
ਭਾਸ਼ਾਵਾਂ ਨੂੰ ਸਮਝਣ ਦਾ ਗਿਆਨ ਰੱਖਦਾ ਹੈ। ਉਸਨੇ ਇਸ ਤਰ੍ਹਾਂ ਦਾ ਬਹਾਨਾ ਕੀਤਾ ਹੋਇਆ ਸੀ। ਜੋ ਸੁਲਤਾਨ ਦਾ ਵਜ਼ੀਰ ਸੀ। ਵਨ ਡੇ ਦੀ ਵਜ਼ੀਰ ਵਾਸ ਰਿਟਰਨਿੰਗ ਫਰੋਮ ਹੰਟਿੰਗ ਵਿਦ ਦੀ ਸੁਲਤਾਨ। ਇੱਕ ਦਿਨ ਜੋ ਵਜ਼ੀਰ ਸੀ ਉਹ ਵਾਪਸ ਆ ਰਿਹਾ ਸੀ ਸ਼ਿਕਾਰ ਤੋਂ ਆਪਣੇ ਸੁਲਤਾਨ ਦੇ ਨਾਲ। ਦੇ ਸਾ ਗਰੁੱਪ ਆਫ ਔਲਸ, ਔਰ ਉਹਨਾਂ ਨੇ ਉੱਲੂਆਂ ਦੇ ਗਰੁੱਪ ਨੂੰ ਵੇਖਿਆ। ਦੀ ਸੁਲਤਾਨ ਵਾਂਟਡ ਟੂ ਨੋ, ਔਰ ਸੁਲਤਾਨ ਜਾਨਣਾ ਚਾਹੁੰਦਾ ਸੀ ਵਟ ਦੀ ਔਲਸ ਵਰ ਸੇਇੰਗ ਟੂ ਈਚ ਅਦਰ, ਕਿ ਜੋ ਉੱਲੂ ਸਨ ਉਹ ਇੱਕ ਦੂਸਰੇ ਨੂੰ ਕੀ ਕਹਿ ਰਹੇ ਸਨ। ਹੀ ਆਰਡਰ ਹਿਜ਼ ਵਜ਼ੀਰ ਟੂ ਲਿਸਨ ਟੂ ਦੇ ਟਾਕ ਐਂਡ ਗਿਵ ਹਿਮ ਐਨ ਅਕਾਊਂਟ ਆਫ ਇਟ, ਔਰ ਉਸਨੇ ਹੁਕਮ ਦਿੱਤਾ ਆਪਣੇ ਵਜ਼ੀਰ ਨੂੰ ਕਿ ਉਹਨਾਂ ਦੀ ਗੱਲ ਨੂੰ ਸੁਣੇ ਔਰ ਉਸ ਨੂੰ ਉਹ ਸਾਰਾ ਵੇਰਵਾ ਦੱਸੇ। ਜੋ ਅਕਾਊਂਟ ਹੈ, ਜੋ ਸਾਰਾ ਵੇਰਵਾ ਹੈ ਉਹਨਾਂ ਦੀ ਗੱਲਬਾਤ ਦਾ, ਉਹ ਉਸ ਨੂੰ ਦੱਸੇ। ਦ ਵਜ਼ੀਰ ਵੈਂਟ ਨੀਅਰ ਦ ਟਰੀ ਔਨ ਵਿਚ ਦੀ ਆਲ ਸੈਟ। ਜੋ ਵਜ਼ੀਰ ਸੀ ਉਹ ਇੱਕ ਦਰਖਤ ਦੇ ਲਾਗੇ ਗਿਆ ਜਿੱਥੇ ਉੱਲੂ ਬੈਠੇ ਹੋਏ ਸਨ। ਹੀ ਪ੍ਰੀਟੈਂਡਡ ਟੂ ਬੀ ਵੈਰੀ ਅਟੈਂਟਿਵ ਟੂ ਦੀ ਔਲਸ। ਉਸਨੇ ਪੰਛੀਆਂ ਨੂੰ ਅਟੈਂਟਿਵ, ਧਿਆਨ ਨਾਲ ਸੁਣਨ ਦਾ ਬਹਾਨਾ ਕੀਤਾ। ਉਸਨੇ ਪ੍ਰੀਟੈਂਡਡ ਕੀਤਾ, ਬਹਾਨਾ ਕੀਤਾ ਜਿਵੇਂ ਉਹ ਪੰਛੀਆਂ ਨੂੰ, ਉੱਲੂਆਂ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਹੋਵੇ। ਹੀ ਦੈਨ ਕੇਮ ਟੂ ਦੀ ਸੁਲਤਾਨ, ਫਿਰ ਉਹ ਸੁਲਤਾਨ ਕੋਲ ਆਇਆ ਐਂਡ ਟੋਲਡ ਹਿਮ, ਔਰ ਉਸ ਨੂੰ ਦੱਸਿਆ ਦੈਟ ਹੀ ਹੈਡ ਹਰਡ ਪਾਰਟ ਆਫ ਦੀ ਕਨਵਰਸੇਸ਼ਨ, ਜੋ ਕੁਝ ਉਸਨੇ ਗੱਲਬਾਤ ਸੁਣੀ ਸੀ ਉਸਨੇ ਆ ਕੇ ਦੱਸੀ। ਜੋ ਕਿਹਦੇ ਵਿਚਕਾਰ ਸੀ? ਉਹਨਾਂ ਦੋ ਉੱਲੂਆਂ ਦੇ ਵਿਚਕਾਰ। ਵਨ ਆਫ these owls had a son and the other had a daughter। ਉਹਨਾਂ ਉੱਲੂਆਂ ਵਿੱਚੋਂ ਇੱਕ ਦਾ ਬੇਟਾ ਸੀ ਔਰ ਦੂਸਰੇ ਦੀ ਇੱਕ ਬੇਟੀ ਸੀ, ਡਾਟਰ ਸੀ। they wanted to settle a marriage, ਔਰ ਉਹ ਚਾਹੁੰਦੇ ਸਨ ਕਿ ਮੈਰਿਜ ਸੈਟਲ ਕੀਤੀ ਜਾਵੇ। ਕਿਸ ਦੇ ਵਿਚਾਲੇ? ਉਸ ਲੜਕੇ ਔਰ ਲੜਕੀ ਦੇ ਵਿਚਾਲੇ। the father of the son told the father of the daughter that he would consent to the marriage if he would settle upon his daughter 50 ruined villages for her dowry। और जो लड़के का जो बाप सी उसने लड़की के बाप ਨੂੰ ਕਿਹਾ कि he would consent, कि ਉਹ ਸਹਿਮਤੀ ਦੇਵੇਗਾ। he would consent उस मैरिज ਦੇ ਲਈ if he would settle upon his daughter 50 ruined villages for her dowry। ਜੇਕਰ ਉਹ he would settle upon his daughter, ਜੇਕਰ ਉਹ ਆਪਣੀ ਲੜਕੀ ਦੇ ਦਾਜ ਦੇ ਵਿੱਚ 50 ਉਜੜੇ ਹੋਏ ਪਿੰਡ ਦੇਵੇ ਤਾਂ ਇਸ ਵਿਆਹ ਦੇ ਲਈ ਸਹਿਮਤੀ ਦੇਵੇਗਾ। ਦੀ ਫਾਦਰ ਆਫ ਦੀ ਡਾਟਰ ਸੈਡ, ਤਾਂ ਉਸ ਲੜਕੀ ਦੇ ਬਾਪ ਨੇ ਕਿਹਾ ਉਸ ਦੇ ਰਿਪਲਾਈ ਦੇ ਵਿੱਚ that he would give her 500 villages in place of 50। ਤਾਂ ਉਸ ਲੜਕੀ ਦੇ ਬਾਪ ਨੇ ਕੀ ਕਿਹਾ ਉਸ ਰਿਪਲਾਈ ਦੇ ਵਿੱਚ ਕਿ ਉਸ ਨੂੰ 500 ਪਿੰਡ ਦੇਵੇਗਾ 50 ਦੀ ਬਜਾਏ। The father of the son did not want ruined villages, ਔਰ ਜੋ ਲੜਕੇ ਦਾ ਪਿਤਾ ਸੀ ਉਹ ਇੰਨੇ ਉਜੜੇ ਹੋਏ ਪਿੰਡ ਨਹੀਂ ਚਾਹੁੰਦਾ ਸੀ। The fable tells us that the sultan was so touched by the fable, ਔਰ ਜੋ ਫੈਬਲ ਸਾਨੂੰ ਦੱਸਦੀ ਹੈ ਕਿ ਸੁਲਤਾਨ ਇਸ ਫੈਬਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। He rebuilt the towns and villages which had been destroyed। ਉਸਨੇ ਉਜੜੇ ਹੋਏ ਪਿੰਡਾਂ ਨੂੰ, ਉਜੜੇ ਹੋਏ ਨਗਰਾਂ ਨੂੰ ਦੁਬਾਰਾ ਵਸਾਇਆ। ਹੀ ਰੀਬਿਲਡ ਦੀ ਟਾਊਨਸ ਐਂਡ ਵਿਲੇਜਸ ਵਿਚ ਹੈਡ ਬੀਨ ਡਿਸਟਰੋਇਡ, ਜੋ ਉਸਨੇ ਬਰਬਾਦ ਕੀਤੇ ਸਨ, ਜੋ ਨਗਰ, ਜੋ ਪਿੰਡ ਉਸਨੇ ਦੁਬਾਰਾ ਵਸਾਏ। ਫਰੋਮ ਦੈਟ ਟਾਈਮ ਹੀ ਆਲਵੇਜ਼ ਵਰਕਡ ਫॉर ਦੀ ਵੈਲਫੇਅਰ ਆਫ ਹਿਸ ਪੀਪਲ, ਔਰ ਉਸ ਸਮੇਂ ਤੋਂ ਹੀ ਉਹ ਹਮੇਸ਼ਾ ਕੰਮ ਕਰਨ ਲੱਗਾ। ਕਿਸ ਦੀ ਭਲਾਈ ਦੇ ਲਈ? ਜਨਤਾ ਦੀ ਭਲਾਈ ਦੇ ਲਈ। ਥੈਂਕਸ।